ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਵਾਇਨ ਚੇਲੇ ਨਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਨ ਪੂਰਹਿ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰੈਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀਦੀ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਪੰਜਵੀਂ ਪੌੜੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਦੂਸਰਾ ਸ਼ਲੋਕ ਹੈ। ਦੂਸਰੇ ਸ਼ਲੋਕ ਦੇ ਵਿੱਚ ਜੇ ਆਪਾਂ ਸਬਜੈਕਟ ਦੇਖਦੇ ਹਾਂ ਤੇ ਸਾਨੂੰ 4 ਮਿਲਦੇ ਨੇ। ਦੋਵਾਂ ਦਾ ਆਪਾਂ ਮੂਲ ਪਾਠ ਅੱਜ ਸਰਵਣ ਕਰ ਲਿਆ, ਬਾਕੀ ਦੋਵਾਂ ਦੀ ਵਿਚਾਰ ਕੱਲ੍ਹ ਨੂੰ ਕਰਾਂਗੇ। ਪਹਿਲੇ ਹਿੱਸੇ ਦੇ ਵਿੱਚ ਜਾਂ ਇਉਂ ਕਹਿ ਲਈਏ ਪਹਿਲੇ ਸਬਜੈਕਟ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜਾ ਧਰਮ ਦਾ ਬਾਣਾ ਪਾ ਕੇ ਧਰਮ ਦੇ ਨਾਂ ਦੇ ਉੱਤੇ ਨਾਚ ਗਾਣਾ ਕਰਦੇ ਨੇ। ਚੇਲਿਆਂ ਦੇ ਇਸ਼ਾਰਿਆਂ ਦੇ ਉੱਤੇ ਜਿਹੜੇ ਗੁਰੂ ਨੱਚਦੇ ਪਏ ਨੇ। ਸਤਿਗੁਰੂ ਕਹਿਣਗੇ ਇਹ ਕੇਵਲ ਤੇ ਕੇਵਲ ਰੋਟੀ ਦੇ ਕਾਰਨ ਸਾਰਾ ਕੁਝ ਕੀਤਾ ਜਾ ਰਿਹਾ, ਅੰਦਰ ਨਾਮ ਦੀ ਚਿਣਗ ਕੋਈ ਨਹੀਂ। ਦੂਸਰੇ ਬੰਦ ਦੇ ਵਿੱਚ ਸਤਿਗੁਰਾਂ ਨੇ ਨਾਲ ਹੀ ਕਿਹਾ, ਕਹਿਣਗੇ ਇਹਦਾ ਭਾਵ ਇਹ ਨਹੀਂ ਕਿ ਸਾਰੇ ਪਖੰਡੀ ਨੇ, ਕੋਈ ਨਾਮ ਵਾਲੇ ਪਾਸੇ ਨਹੀਂ ਹੈਗਾ। ਸਤਿਗੁਰੂ ਕਹਿੰਦੇ ਉਹ ਵੀ ਜੀਵ ਨੇ ਜਿਹੜੇ ਭਿੰਨੀ ਰੈਣ ਨੂੰ ਜਾਗ ਕੇ ਪਰਮੇਸ਼ਰ ਦਾ ਨਾਮ ਜਪ ਕੇ ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਤੀਸਰੀ ਇਹਦੀ ਵਿਚਾਰ ਇਹ ਹੈ ਕਿ ਭਲਿਆ ਜੇ ਕੇਵਲ ਤੇ ਕੇਵਲ ਮਨੁੱਖ ਪਰਮਾਤਮਾ ਦੇ ਨਾਲ ਜੁੜ ਕੇ ਇਹ ਸਮਝੇ ਕਿ ਮੈਂ ਉਹਦੇ ਦਰ 'ਤੇ ਪ੍ਰਵਾਨ ਹੋ ਜਾਵਾਂਗਾ ਘੁੰਮਣ ਫਿਰਨ ਦੇ ਨਾਲ, ਭਾਉਣ ਦੇ ਨਾਲ, ਤੇ ਸਤਿਗੁਰੂ ਕਹਿਣ ਲੱਗੇ ਤੂੰ ਦੇਖ ਕਿੰਨੇ ਜਿਹੜੇ ਜੀਵ ਨੇ ਉਹ ਹਰ ਵੇਲੇ ਨੱਚਦੇ ਪਏ ਨੇ, ਹਰ ਵੇਲੇ ਘੁੰਮਦੇ ਪਏ ਨੇ। ਤੇ ਅਖੀਰ ਦੇ ਉੱਤੇ ਮੇਰੇ ਸਤਿਗੁਰਾਂ ਨੇ ਕਿਹਾ ਅਸਲ ਦੇ ਵਿੱਚ ਇਹ ਨੱਚਣਾ ਗਾਉਣਾ, ਇਹ ਘੁੰਮਣਾ ਫਿਰਨਾ ਕੇਵਲ ਤੇ ਕੇਵਲ ਮਨ ਦੇ ਵਲਵਲੇ ਨੇ, ਇਸ ਤੋਂ ਵੱਧ ਹੋਰ ਕੁਛ ਨਹੀਂ। ਵਿਚਾਰ ਆਪਾਂ ਇੱਥੋਂ ਆਰੰਭ ਕਰਾਂਗੇ ਕਿ ਨੱਚਣ ਕੁੱਦਣ ਮਨ ਕਾ ਚਾਓ। ਕਹਿਣ ਲੱਗੇ ਨੱਚਣਾ ਕੁੱਦਣਾ ਭਾਵੇਂ ਇਹ ਧਰਮ ਦੇ ਨਾਂ ਦੇ ਉੱਤੇ ਨਿਰਤ ਕੀਤਾ ਜਾ ਰਿਹਾ, ਇਹਨੂੰ ਨਿਰਤਾ ਭਗਤੀ ਮੈਂ ਉਦਣ ਵੀ ਕਿਹਾ ਸੀ, ਪਰ ਸਤਿਗੁਰੂ ਕਹਿਣ ਲੱਗੇ ਇਹ ਕੇਵਲ ਤੇ ਕੇਵਲ ਮਨ ਪਰਚਾਵਾ ਹੈ। ਮੈਂ ਪਰਸੋਂ ਵੀ ਜਿਸ ਦਿਨ ਇਹ ਗੱਲ ਆਰੰਭ ਹੋਈ ਸੀ, ਘੜੀਆਂ ਸੱਭੇ ਗੋਪੀਆਂ, ਜਿਹੜੀ ਰਾਸਧਾਰੀ ਲੋਕ ਨੇ ਇਹ ਰਾਸ ਪਾਈ ਜਾਂਦੀ ਹੈ। ਕਈ ਵਾਰੀ ਇੱਦਾਂ ਹੁੰਦਾ ਕਿ ਅੰਦਰ ਦਾ ਸਿਧਾਂਤ ਉੱਡ ਜਾਂਦਾ ਹੈ, ਕੇਵਲ ਤੇ ਕੇਵਲ ਵਿਖਾਵੇ ਮਾਤਰ ਰਹਿ ਜਾਂਦਾ ਹੈ।
ਜਿਵੇਂ ਸਾਡੇ ਕੋਲ ਹੋਲੀ ਹੈ ਨਾ, ਤੇ ਮੈਂ ਹੋਲੀ ਵਾਲੇ ਦਿਨ ਵੀ ਕਿਹਾ ਸੀ, ਜਿਸ ਦਿਨ ਹੋਲੀ ਸ਼ੁਰੂ ਹੋਈ ਸੀ ਉਹ ਇੱਕ ਸੰਕੇਤ ਸੀ ਕਿ ਅੱਜ ਜਿਹੜੀ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਹੈ, ਬਦੀ ਹਾਰ ਗਈ ਹੈ, ਨੇਕੀ ਜਿੱਤ ਕੇ ਤੇ ਜਿਹੜਾ ਮਨੁੱਖ ਸਾਹਮਣੇ ਆਉਂਦਾ ਸੀ, ਅਖੀਰ ਦੇ ਉੱਤੇ ਕੀ ਹੋਇਆ, ਲੋਕ ਰੰਗ ਸੁੱਟਦੇ ਵਿਕਾਰਾਂ 'ਚ ਇੰਨੇ ਖਚਿਤ ਹੋ ਗਏ ਕਿ ਉਸ ਬਦੀ ਦੇ ਉੱਤੇ ਨੇਕੀ ਦੀ ਜਿੱਤ ਤਾਂ ਭੁੱਲ ਗਏ। ਇਹ ਹੋਲੀ ਇੱਕ ਵਾਸ਼ਨਾ ਦਾ ਰੂਪ ਧਾਰਨ ਕਰਕੇ ਰਹਿ ਗਈ, ਅੰਦਰ ਦਾ ਸਿਧਾਂਤ ਉੱਡ ਗਿਆ। ਸਤਿਗੁਰੂ ਕਹਿਣ ਲੱਗੇ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਮਨੁੱਖ ਇਹ ਰੋਟੀਆਂ ਦੇ ਕਾਰਨ ਕੇਵਲ ਤੇ ਕੇਵਲ ਤਾਲ ਪੂਰਦੇ ਪਏ ਨੇ, ਕੇਵਲ ਤੇ ਕੇਵਲ ਧਰਮ ਦੇ ਨਾਂ ਦੇ ਉੱਤੇ ਜਿਹੜਾ ਠਾਗਾ ਬਾਗਾ ਕਰਦੇ ਪਏ ਨੇ, ਸਤਿਗੁਰੂ ਕਹਿ ਲਗੇ ਇਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਚਿੰਗਣੀ, ਇਹ ਮਨ ਨੂੰ ਖੁਸ਼ ਕਰਨ ਵਾਸਤੇ ਹੈ। ਇਹਨੂੰ ਪ੍ਰੇਮ ਨਹੀਂ ਕਹਿ ਸਕਦੇ, ਇਹਨੂੰ ਨਾਮ ਨਹੀਂ, ਇਹਨੂੰ ਨਾਮ ਦਾ ਰਸ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਕਹਿ ਲਗੇ ਨੱਚਣ ਕੁੱਦਣ ਮਨ ਕਾ ਚਾਓ। ਇਹ ਆਪਾਂ ਚਲੋ ਕੱਲ ਵਾਚਾਂਗੇ ਕਿ ਇਹ ਕਹਿ ਦਿੱਤਾ ਜਾਂਦਾ ਸਾਡੇ ਵੀ ਜਦੋਂ ਘਰਾਂ 'ਚ ਵਿਆਹ ਸ਼ਾਦੀ ਹੁੰਦੀ ਹੈ ਜੀ, ਬਾਣੀ ਨੇ ਕਿਹਾ ਨੱਚਣ ਕੁੱਦਣ ਮਨ ਕਾ ਚਾਓ। ਮੈਂ ਕੱਲ ਅਰਜ਼ ਕਰਾਂਗਾ ਬਾਣੀ ਨੇ ਕਿਸ ਨਾਚ ਦੀ ਗੱਲ ਕੀਤੀ ਹੈ। ਨੱਚਣ ਕੁੱਦਣ ਮਨ ਕਾ ਚਾਓ ਨਾਨਕ, ਜਿਨ ਮਨ ਭਾਓ ਤਿੰਨਾ ਮਨ ਭਾਓ। ਭਾਓ ਦਾ ਅਰਥ ਹੈ ਡਰ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਲਈ ਅਦਬ ਡਰ ਪੈਦਾ ਹੋਵੇਗਾ, ਯਾਦ ਰੱਖਿਓ ਨਾਮ ਦੇ ਲਈ ਪ੍ਰੇਮ ਵੀ ਉਹਨਾਂ ਦੇ ਹਿਰਦਿਆਂ 'ਚ ਹੀ ਪੈਦਾ ਹੋਣਾ। ਸੋ ਅੱਜ ਦੀ ਇਹ ਜਿਹੜੀ ਵਿਚਾਰ ਹੈ, ਸਤਿਗੁਰੂ ਜੀ ਇਹ ਸਾਨੂੰ ਬਖਸ਼ਿਸ਼ ਕਰਦੇ ਨੇ। ਇਹਨੂੰ ਪੰਕਤੀ ਨੂੰ ਧਿਆਨ 'ਚ ਰੱਖਿਓ ਕਿ ਨੱਚਣ ਕੁੱਦਣ ਮਨ ਕਾ ਚਾਓ। ਮੈਂ ਕੱਲ ਪਰਸੋਂ ਵੀ ਕਿਹਾ ਸੀ ਪੌੜੀ ਤੇ ਪਰਮਾਤਮਾ ਨੂੰ ਮਿਲਣ ਵਾਸਤੇ ਹੈ, ਤੁਰੇ ਰੱਬ ਨੂੰ ਮਿਲਣ ਵਾਸਤੇ ਸੀ, ਪਰ ਕੇਵਲ ਤੇ ਕੇਵਲ ਇੱਥੇ ਹੀ ਖਚਿਤ ਹੋ ਗਏ ਰਹਿ ਗਏ। ਸਤਿਗੁਰੂ ਜੀ ਅੱਜ ਬਖਸ਼ਿਸ਼ ਕਰਦੇ ਨੇ। ਮਹੱਲਾ ਪਹਿਲਾ, ਇਹ ਦੂਸਰਾ ਸ਼ਲੋਕ ਹੈ ਜੀ 5ਵੀਂ ਪੌੜੀ ਦਾ। ਕਹਿ ਲਗੇ ਵਾਇਨ ਚੇਲੇ ਨੱਚਣ ਗੁਰ। ਵਾਇਨ ਦਾ ਅਰਥ ਹੁੰਦਾ ਵਜਾਉਣਾ, ਸਾਜ਼ ਵਜਾਉਣੇ। ਹੁਣ ਕੀ ਕਰਦੇ ਨੇ ਕਿ ਜਿਹੜੇ ਚੇਲੇ ਨੇ ਇਹ ਸਾਜ਼ ਵਜਾਉਂਦੇ ਨੇ, ਕੋਈ ਰਵਾਬ ਵਜਾ ਰਿਹਾ, ਕੋਈ ਮਰਦੰਗ ਵਜਾ ਰਿਹਾ, ਕੋਈ ਸਰੰਗੀ ਵਜਾ ਰਿਹਾ, ਕੋਈ ਤੂਤੀਆਂ ਵਜਾ ਰਿਹਾ, ਕੋਈ ਕੁਛ ਵਜਾ ਰਿਹਾ ਨਾ। ਸਤਿਗੁਰੂ ਕਹਿਣ ਲੱਗੇ ਜਿਹੜੇ ਚੇਲੇ ਉਹ ਸਾਜ਼ ਵਜਾਉਂਦੇ ਪਏ ਨੇ, ਵਾਇਨ ਚੇਲੇ ਨੱਚਣ ਗੁਰ। ਤੇ ਜਿਹੜੇ ਗੁਰੂ ਨੇ ਇਹਨਾਂ ਤਾਲਾਂ ਦੇ ਉੱਤੇ, ਇਹਨਾਂ ਸੁਰੰਗੀਆਂ ਦੇ ਉੱਤੇ, ਇਹਨਾਂ ਵਾਜਿਆਂ ਦੇ ਉੱਤੇ ਨੱਚਦੇ ਪਏ ਨੇ। ਪਹਿਲਾਂ ਅੱਖਰੀ ਅਰਥ ਕਰ ਲਈਏ, ਫਿਰ ਇਹਨੂੰ ਸਮਝਣਾ ਸੌਖਾ ਹੋ ਜਾਏਗਾ। ਕੀ ਕਿਵੇਂ ਨੱਚਦੇ ਨੇ ਜੀ? ਕਹਿੰਦੇ ਪੈਰ ਹਿਲਾਇਨ ਫੇਰਨ ਸਿਰ। ਪੈਰ ਹਿਲਾਇਨ ਦਾ ਭਾਵ ਕਈ ਤਰ੍ਹਾਂ ਦੇ ਹਾਵ ਭਾਵ ਗਾਣਿਆਂ ਦੇ ਵਿੱਚ, ਨਾਚ ਦੇ ਵਿੱਚ ਕੀਤੇ ਜਾਂਦੇ ਨੇ। ਫੇਰਨ ਸਿਰ ਦਾ ਅਰਥ ਕਰਾਂਗੇ ਕਈ ਵਾਰੀ ਇੰਨੀ ਕੁ ਜ਼ਿਆਦੀ ਇਹਨਾਂ ਨੂੰ ਇਹ ਨਾਮ ਦੀ ਮਸਤੀ, ਇਹ ਕਹਿ ਨਾਮ ਨਹੀਂ ਵਰਤੀਏ ਆਪਾਂ, ਇਹਨਾਂ ਨੂੰ ਇੰਨੀ ਕੁ ਜ਼ਿਆਦੀ ਮਸਤੀ ਚੜ੍ਹਦੀ ਹੈ ਗੀਤ ਦੀ ਕਿ ਇੱਕਦਮ ਧੌਣ ਘੁਮਾਉਂਦੇ ਇਹਨਾਂ ਨੂੰ ਚੌਂਕੀਆਂ ਤੱਕ ਆ ਜਾਂਦੀਆਂ ਨੇ। ਸਾਡੇ 'ਚ ਵੀ ਬੜੇ ਨੇ ਕਿ ਬਾਬਿਆਂ ਦੀ ਚੌਂਕੀ ਆਉਂਦੀ। ਸਤਿਗੁਰੂ ਕਹਿਣ ਲੱਗੇ ਪੈਰ ਹਿਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ। ਕਹਿੰਦੇ ਰਾਵਾ ਦਾ ਅਰਥ ਹੈ ਧੂੜੀ ਮਿੱਟੀ। ਕਹਿੰਦੇ ਮਿੱਟੀ ਉੱਡ ਉੱਡ ਕੇ ਜਿਹੜੀ ਇਹਨਾਂ ਦੇ ਝਾਟੇ 'ਚ ਪੈ ਰਹੀ ਹੈ, ਵੇਖਿਆ ਲੋਕ ਹੱਸੈ ਕਰ ਜਾਏ। ਲੋਕ ਵੇਖ ਕੇ ਤੇ ਹੱਸ ਕੇ ਹਾਸਾ ਠੱਠਾ ਕਰਕੇ ਆਪਣੇ ਘਰਾਂ ਨੂੰ ਚਲੇ ਜਾ ਰਹੇ ਨੇ। ਇਹ ਚਾਰ ਪੰਕਤੀਆਂ ਦੇ ਕੇਵਲ ਤੇ ਕੇਵਲ ਅੱਖਰੀ ਅਰਥ ਕੀਤੇ ਮੈਂ ਸਮਝਣ ਵਾਸਤੇ। ਇਹ ਸਤਿਗੁਰਾਂ ਨੇ ਇੱਕ ਰੂਪ ਰੇਖਾ ਸਾਨੂੰ ਖਿੱਚ ਕੇ ਦਿੱਤੀ ਹੋਈ ਹੈ। ਯਾਦ ਰੱਖਿਓ ਇਹ ਹਿੰਦੁਸਤਾਨ ਦੀ ਤਰਾਸਦੀ ਸੀ। ਗੁਰੂ ਦਾ ਅਰਥ ਕੀ ਹੁੰਦਾ ਹੈ? ਜਿਸ ਦਿਨ ਆਸਾ ਦੀ ਵਿਚਾਰ ਆਰੰਭ ਹੋਈ ਸੀ ਨਾ, ਉਸ ਦਿਨ ਕਿਹਾ ਸੀ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਗੁਰੂ ਉਹ ਹੈ ਜਿਹਨੇ ਅੰਦਰ ਨੂੰ ਜਿਹੜਾ ਸੀ ਪਵਿੱਤਰ ਕਰਨਾ ਹੈ। ਗੁਰੂ ਉਹ ਹੈ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਦਾ ਹੈ। ਗੁਰੂ ਦੇ ਸ਼ਬਦ ਆਰਥਿਕ ਅਰਥ ਇਹੋ ਹੀ ਬਣਦੇ ਨੇ ਨਾ, ਜਿਹੜਾ ਅੰਦਰ ਦੀ ਅਗਿਆਨਤਾ ਕੱਢੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਮ੍ਰਿਤ ਬਚਨ ਕਹਿਣ ਲੱਗੇ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਜਿਸ ਗੁਰੂ ਤੋਂ ਭਰਮ ਹੀ ਨਹੀਂ ਜਾ ਸਕਦਾ, ਇਹੋ ਜਿਹੇ ਗੁਰੂ ਦਾ ਆਪਾਂ ਆਚਾਰ ਥੋੜ੍ਹੀ ਪਾਉਣਾ ਹੈ। ਗੁਰੂ ਉਹ ਸੀ ਜਿਹਨੇ ਰੂਹਾਨੀਅਤ ਵਾਲੇ ਪਾਸੇ ਨੂੰ ਤੋਰਨਾ ਸੀ। ਗੁਰੂ ਉਹ ਸੀ ਜਿਹਨੇ ਅੰਦਰ ਨੂੰ ਕੋਈ ਨਾ ਕੋਈ ਸੋਝੀ ਦੇਣੀ ਸੀ। ਪਰ ਕੀ ਹੋਇਆ? ਗੁਰੂ ਜਿਹੜੇ ਪੈਸਿਆਂ ਦੇ ਪੁਜਾਰੀ ਬਣ ਕੇ ਰਹਿ ਗਏ, ਮਾਇਆ ਦੇ ਪੁਜਾਰੀ ਬਣ ਗਏ। ਹੁਣ ਗੁਰੂ ਜਿਹੜੇ ਨੇ ਉਹ ਨੱਚਦੇ ਪਏ ਨੇ। ਤੇ ਨੱਚਣ ਦਾ ਅਰਥ ਕੇਵਲ ਤੇ ਕੇਵਲ ਪੈਰਾਂ ਦੇ ਨਾਲ ਨਹੀਂ ਹੁੰਦਾ। ਇੱਕ ਵਿਦਵਾਨ ਨੇ ਇਹਦੇ ਇਹ ਵੀ ਅਰਥ ਕੀਤੇ ਨੇ ਕਿ ਗੁਰੂ ਆਪਣੇ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਡੇਰੇ ਨੇ ਨਾ, ਡੇਰੇ ਦੇ ਵਿੱਚ ਡੇਰੇਦਾਰ ਬੈਠਾ ਹੋਇਆ ਹੈ, ਕੰਟਰੋਲ ਕੌਣ ਕਰ ਰਿਹਾ ਉਹਨਾਂ ਨੂੰ? ਉਹਨੂੰ ਚੇਲੇ ਕਰ ਰਹੇ ਨੇ। ਚੇਲੇ ਸਾਰੀ ਰਿਪੋਰਟ ਬਣਾ ਕੇ ਦਿੰਦੇ, ਜਿਵੇਂ ਪੀਏ ਹੁੰਦਾ ਨਾ ਕਿਸੇ ਮੰਤਰੀ ਦਾ, ਬਸ ਇੱਦਾਂ ਚੇਲੇ ਚਮਚਾਗਿਰੀ ਕਰਦੇ ਜੇ। ਬਾਬਾ ਜੀ ਤੁਸੀਂ ਇੱਦਾਂ ਹੱਥ ਮਾਰ ਦਿਓ, ਅਸੀਂ ਆਹ ਇਸ਼ਾਰਾ ਕਹਿ ਦਾਂਗੇ ਸੰਗਤਾਂ ਨੂੰ। ਇਹ ਬੜਾ ਪ੍ਰਚਾਰ ਕੀਤਾ ਜਾਂਦਾ ਜੇ, ਬਾਬਾ ਜੀ ਨੇ ਤੁਹਾਨੂੰ ਇੱਦਾਂ ਕਹਿ ਦਿੱਤਾ ਇਹਦਾ ਭਾਵ ਇਹ ਹੈ, ਇੱਦਾਂ ਕਹਿ ਦਿੱਤਾ ਇਹਦਾ ਭਾਵ ਇਹ ਹੈ। ਬਸ ਕੇਵਲ ਤੇ ਕੇਵਲ ਇਹ ਚੇਲਿਆਂ ਦੇ ਇਸ਼ਾਰਿਆਂ ਦੇ ਉੱਤੇ ਗੁਰੂ ਨੱਚਦੇ ਪਏ ਨੇ। ਇਹਦੇ ਮਗਰ ਹੋਰ ਕੁਛ ਸਿਧਾਂਤ ਨਹੀਂ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਕੋਲ ਗਏ ਨਾ, ਉਹਨਾਂ ਨੇ ਪੁੱਛਿਆ ਸੀ, ਫਿਰ ਪੁੱਛਣ ਸਿੱਧ ਨਾਨਕਾ ਕਿ ਮਾਤ ਲੋਕ ਵਿੱਚ ਕਿਆ ਵਰਤਾਰਾ। ਕਹਿੰਦੇ ਸਾਨੂੰ ਦੱਸੋ ਤੇ ਸਹੀ ਮਾਤ ਲੋਕ ਦਾ ਹਾਲ ਕੀ ਹੈ।
ਉੱਥੇ ਸਤਿਗੁਰਾਂ ਨੇ ਕਿਹਾ, ਸਿੱਧਾਂ ਨੂੰ ਕਹਿਣ ਲੱਗੇ ਅਗਲੀ ਪੌੜੀ ਹੈ ਇਹਦੀ ਵਿਆਖਿਆ ਥੋੜੀ ਜਿਹੀ ਸੁਖੈਨ ਹੋ ਜਾਏਗੀ ਕਿ ਕਿਵੇਂ ਧਰਮੀ ਲੋਕ ਜਿਹੜੇ ਨੇ ਉਹ ਕੇਵਲ ਤੇ ਕੇਵਲ ਰੋਟੀਆਂ ਦੇ ਕਾਰਨ ਆਪਣੇ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ। ਉਹ ਭਾਈ ਸਾਹਿਬ ਉੱਥੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿਣ ਲੱਗੇ ਕੱਲ ਆਈ ਕੁੱਤੇ ਮੋਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸਿੱਧਾਂ ਨੂੰ ਜਵਾਬ ਦੇ ਰਹੇ ਨੇ। ਕੁੱਤੇ ਮੋਹੀ ਦਾ ਭਾਵ ਕਿ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਕੋਈ ਕਿਸੇ ਦੇ ਨਾਲ ਹੀ ਹਰ ਇੱਕ ਨੂੰ ਆਪੋ ਧਾਪੀ ਪਈ ਹੋਈ ਹੈ। ਕੱਲ ਆਏ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ। ਖਾਜ ਦਾ ਅਰਥ ਹੈ ਖਾਣਾ, ਮੁਰਦਾਰ ਦਾ ਅਰਥ ਹੈ ਮੁਰਦਾ, ਭਾਵ ਅਰਥ ਕਰਾਂਗੇ ਪਰਾਇਆ ਹੱਕ ਖਾਧਾ ਜਾ ਰਿਹਾ। ਸਤਿਗੁਰੂ ਕਹਿਣ ਲੱਗੇ ਇੱਥੇ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਨਹੀਂ, ਹਰ ਕੋਈ ਇਹੋ ਕਹਿੰਦਾ ਕਿ ਮੈਂ ਇਹਦਾ ਮਾਲ ਵੀ ਹੜੱਪ ਕੇ ਖਾ ਜਾਵਾਂ, ਮੈਂ ਇਹਦਾ ਵੀ ਹੜੱਪ ਕੇ ਖਾ ਜਾਵਾਂ। ਅੱਜ ਦੀ ਰੂਪ ਰੇਖਾ ਨਹੀਂ ਇਹ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਗੱਲ ਕਹਿ ਰਹੇ ਨੇ। ਇਹ ਉਸ ਵੇਲੇ ਵੀ ਇਹੋ ਦਸ਼ਾ ਹਿੰਦੁਸਤਾਨ ਦੀ ਹੈ। ਕਹਿਣ ਲੱਗੇ ਕੱਲ ਆਏ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ। ਜਿਨ੍ਹਾਂ ਰਾਜਿਆਂ ਨੇ ਪ੍ਰਜਾ ਦੀ ਹਿਫਾਜ਼ਤ ਕਰਨੀ ਸੀ, ਜਿਨ੍ਹਾਂ ਰਾਜਿਆਂ ਨੇ ਸੇਫਟੀ ਦੇਣੀ ਸੀ ਪ੍ਰਜਾ ਨੂੰ, ਉਹੀ ਉਹ ਲੁੱਟ ਕੇ ਖਾ ਰਹੇ ਨੇ। ਹੁਣ ਅੱਗੋਂ ਪ੍ਰਜਾ ਕੀ ਹੈ? ਕਹਿਣ ਲੱਗੇ ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖੋਂ ਆ ਲਾਈ। ਜਿਹੜੀ ਪ੍ਰਜਾ ਹੈ ਨਾ ਉਹ ਗਿਆਨ ਤੋਂ ਸਖਣੀ ਹੈ। ਜੋ ਕਹਿ ਦਿੱਤਾ, ਮੈਂ ਪਰਸੋਂ ਵੀ ਕਿਹਾ ਸੀ, ਭਰਮ ਨੂੰ ਹੀ ਲੋਕਾਂ ਨੇ ਧਰਮ ਸਮਝ ਕੇ ਤੇ ਪੂਜਣਾ ਸ਼ੁਰੂ ਕਰ ਦਿੱਤਾ। ਪ੍ਰਜਾ ਅੰਧੀ ਗਿਆਨ ਬਿਨ, ਅੰਦਰ ਦਾ ਗਿਆਨ ਕੋਈ ਨਹੀਂ, ਅੰਦਰ ਦਾ ਰਸ ਕੋਈ ਨਹੀਂ। ਮੈਂ ਰਾਤੀ ਵੀ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਕਿਹਾ ਸੀ, ਗੁਰਮੁਖੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਨੇ ਸਾਨੂੰ ਕੇਵਲ ਤੇ ਕੇਵਲ ਇੰਨੇ ਕੁ ਜ਼ਿਆਦਾ ਵਹਿਮਾਂ ਦੇ ਵਿੱਚ ਪਾ ਦਿੱਤਾ, ਉਹ ਤੋਂ ਨਿਕਲਣਾ ਬੜਾ ਔਖਾ ਹੋ ਰਿਹਾ ਸਾਡੇ ਕੋਲ ਅੱਜ। ਸਤਿਗੁਰੂ ਜੀ ਉੱਥੇ ਗੁਰੂ ਨਾਨਕ ਸਾਹਿਬ ਜੀ ਜਵਾਬ ਦੇ ਰਹੇ ਨੇ, ਕਹਿਣ ਲੱਗੇ ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ। ਜੋ ਮੂੰਹ ਤੋਂ ਆਉਂਦਾ, ਕੁਸੱਤ ਕਹਿੰਦੇ ਵੈਸੇ ਝੂਠ ਨੂੰ, ਜੋ ਆਉਂਦਾ ਊਲ ਜਲੂਲ ਬਸ ਬੋਲੀ ਜਾਂਦੇ ਨੇ। ਕੂੜ ਕੁਸੱਤ ਮੁੱਖੋਂ ਆ ਲਾਈ। ਇਹ ਤੇ ਦੁਨੀਆ ਦੀ ਹਾਲਾਤ ਹੈ। ਕਹਿਣ ਲੱਗੇ ਸੇਵਕ ਜਿਹੜੇ ਚੇਲਿਆਂ ਦਾ ਕੀ ਹਾਲ ਹੈ, ਗੁਰੂਆਂ ਦਾ ਕੀ ਹਾਲ ਹੈ, ਜਿਨ੍ਹਾਂ ਨੇ ਰਾਹ ਦੇਣਾ ਹੈ ਦੁਨੀਆ ਨੂੰ, ਸਹੀ ਮਾਰਗ ਵਿਖਾਉਣਾ। ਕਹਿਣ ਲੱਗੇ ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁ ਬਿਦ ਭਾਈ। ਬਹੁ ਬਿਦ ਦਾ ਅਰਥ ਕਰਾਂਗੇ ਕਈ ਤਰੀਕਿਆਂ ਨਾਲ। ਸਤਿਗੁਰੂ ਕਹਿਣ ਲੱਗੇ ਚੇਲੇ ਸਾਜ ਵਜਾਉਂਦੇ ਨੇ, ਗੁਰੂ ਕਈ ਤਰੀਕਿਆਂ ਦੇ ਨਾਲ, ਕਈ ਇਸ਼ਾਰਿਆਂ ਦੇ ਨਾਲ, ਚੇਲਿਆਂ ਦੇ ਇਸ਼ਾਰਿਆਂ ਦੇ ਉੱਤੇ ਜਿਹੜੇ ਨੱਚਦੇ ਪਏ ਨੇ। ਇੰਨਾ ਕੁ ਭਿਆਨਕ ਕਲਯੁਗ ਆ ਗਿਆ। ਅੱਗੇ ਮਨੁੱਖ ਤਾਲੀਮ ਲੈਣ ਵਾਸਤੇ ਅਧਿਆਪਕ ਦੇ ਕੋਲ ਜਾਂਦਾ ਸੀ, ਅੱਜ ਅਧਿਆਪਕ ਜਿਹੜਾ ਬੱਚਿਆਂ ਦੇ ਕੋਲ ਤਾਲੀਮ ਦੇਣ ਨੂੰ ਘਰ ਆ ਰਿਹਾ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤੇ ਨਾੜੇ ਜਾਈ। ਅੱਜ ਜਦੋਂ ਲੋਕਡਾਊਨ ਹੋਇਆ ਮੈਂ ਦੇਖਿਆ ਇਹ ਟੀਚਰ ਜਿਹੜੇ ਨੇ ਟਿਊਸ਼ਨ ਪੜ੍ਹਾਉਣ ਬੱਚਿਆਂ ਨੂੰ ਘਰਾਂ ਦੇ ਵਿੱਚ ਜਾ ਰਹੇ ਨੇ। ਕਿਹੋ ਜਿਹਾ ਹਾਲ ਹੋ ਗਿਆ। ਇਹਨਾਂ ਚੀਜ਼ਾਂ ਨੇ ਸਾਡੇ ਅੰਦਰ ਦੀ ਇਨਸਾਨੀਅਤ, ਇਹਨਾਂ ਚੀਜ਼ਾਂ ਨੇ ਜਿਹੜਾ ਸਿਧਾਂਤ ਸੀ ਗੁਰੂ ਚੇਲੇ ਦਾ, ਉਹ ਖਤਮ ਕਰਕੇ ਰੱਖ ਦਿੱਤਾ। ਕਹਿ ਲਗੇ ਸੇਵਕ ਬੈਠਣ ਘਰਾਂ ਵਿੱਚ, ਸੇਵਕ ਘਰਾਂ 'ਚ ਬੈਠੇ। ਜਿਹੜੇ ਸੇਵਕ ਨੇ ਉਹ ਪੈਸੇ ਨਾਲ ਰੱਜ ਪੁੱਜ ਗਏ, ਮੋਟੇ ਤਾਜੇ ਹੋ ਗਏ। ਗੁਰੂ ਵਿਚਾਰਿਆਂ ਨੂੰ ਥਾਂ ਥਾਂ 'ਤੇ ਮੰਗਣ ਲਈ ਮਜਬੂਰ ਹੋਣਾ ਪੈ ਗਿਆ। ਉਹ ਸੇਵਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਿਫਤ ਪਈ ਕਰਦੇ ਨੇ। ਉਲਟਾ ਹੋ ਗਿਆ ਕੰਮ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ। ਕਹਿ ਲਗੇ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਥਾਂ ਕੁਥਾਵੇਂ ਜਾਈ। ਕਹਿ ਲਗੇ ਵਰਤਿਆ ਪਾਪ ਸਬਸ ਜਗ ਮਾਹੀ। ਸਾਰੇ ਜਗਤ ਦੇ ਵਿੱਚ ਨਾਥ ਜੀ ਆਹ ਪਾਪ ਦਾ ਵਰਤਾਰਾ ਵਰਤ ਰਿਹਾ ਹੈ। ਇੱਥੇ ਇਹੋ ਗੱਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ। ਕਹਿੰਦੇ ਵਾਇਨ ਚੇਲੇ ਨੱਚਣ ਗੁਰ। ਇਹਦੇ ਮੈਨੂੰ ਇਉਂ ਲੱਗਦਾ ਇਹ ਅਰਥ ਕਰ ਲਈਏ ਤੇ ਚਲੋ ਵਿਦਵਾਨਾਂ ਨੇ ਇਹੋ ਅਰਥ ਕੀਤੇ। ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਵੀ ਕਿ ਚੇਲੇ ਸਾਜ ਵਜਾਉਂਦੇ ਨੇ ਤੇ ਗੁਰੂ ਨੱਚਦੇ ਨੇ। ਜਿਸ ਵੇਲੇ ਰਾਸ ਪਾਈ ਜਾਂਦੀ ਸੀ, ਸਾਡੇ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਗੁਰੂ ਬਣਿਆ, ਰੱਬ ਬਣਿਆ ਫਿਰਦਾ ਸੀ। ਅੱਜ ਕੱਲ੍ਹ ਉਹ ਜੇਲ੍ਹਾਂ ਦੇ ਵਿੱਚ ਹੈ, ਮੇਰੇ ਹਿਸਾਬ ਨਾਲ ਹੁਣ ਬੇਲ 'ਤੇ ਬਾਹਰ ਆਇਆ ਸ਼ਾਇਦ। ਉਹ ਵੀ ਤਾਂ ਇਹੋ ਕੁਛ ਕੀਤਾ ਜਾ ਰਿਹਾ, ਮਗਰ ਚੇਲੇ ਸਾਜ ਵਜਾਉਂਦੇ ਨੇ। ਉਹ ਬੰਦਾ ਕਈ ਤਰ੍ਹਾਂ ਦੇ ਪਖੰਡ ਕਰਦਾ ਹੈ, ਕਈ ਆਪਣੇ ਆਪ ਨੂੰ ਜਿਹੜਾ ਰੱਬ ਕਹਿ ਰਹੇ, ਕਈ ਤਰ੍ਹਾਂ ਦੇ ਨਾਚ ਪਿਆ ਕਰਦਾ ਹੈ। ਮੈਂ ਨਾ ਇੰਨੀ ਜਨਤਾ ਸਾਡੀ ਕਮਲੀ ਹੈ, ਪੜ੍ਹੇ ਲਿਖੇ ਵੀ, ਉਹ ਸਾਰੀ ਰਿਪੋਰਟ ਉਹਦੀ ਸਾਹਮਣੇ ਆ ਗਈ ਹੈ ਕਿ ਕਿੱਦਾਂ ਦਾ ਜੀਵਨ ਹੈ, ਤਾਂ ਵੀ ਉਹਨੂੰ ਪਿਤਾ ਜੀ ਗੁਰੂ ਗੁਰੂ ਕਹਿ ਕੇ ਮੰਨੀ ਜਾ ਰਹੇ ਨੇ। ਆਹ ਤੇ ਸਾਡਾ ਹਾਲ ਹੈ। ਚੇਲੇ ਸਾਜ ਵਜਾਏ ਦੇ, ਇੱਥੇ ਸਤਿਗੁਰੂ ਕਹਿ ਲਗੇ ਵਾਇਨ ਚੇਲੇ ਨੱਚਣ ਗੁਰ। ਚੇਲੇ ਸਾਜ ਵਜਾਉਂਦੇ ਨੇ, ਗੁਰੂ ਨੱਚਦੇ ਪਏ ਨੇ। ਇਹਦਾ ਦੂਸਰਾ ਅਰਥ ਕਰੀਏ ਕਿ ਜਿਨ੍ਹਾਂ ਨੇ ਗਿਆਨ ਦੇਣਾ ਸੀ ਉਹ ਇਸ਼ਾਰਿਆਂ 'ਤੇ ਨੱਚਦੇ ਪਏ ਨੇ। ਕਿਹਨਾਂ ਦੇ? ਜਿਨ੍ਹਾਂ ਨੇ ਗਿਆਨ ਲੈਣਾ ਸੀ। ਅੱਜ ਸਾਡੇ ਨਾਲ ਇੱਦਾਂ ਨਹੀਂ ਹੁੰਦਾ। ਕੀਰਤਨੀਆਂ ਨੂੰ ਇਹ ਨਹੀਂ ਆਖਿਆ ਜਾਂਦਾ ਕਿ ਬਾਬਾ ਜੀ ਉਹ ਸ਼ਬਦ ਪੜ੍ਹੋ ਜਿਹੜਾ ਅਸੀਂ ਚਾਹੁੰਦੇ ਹਾਂ। ਘਰ ਦੇ ਵਿੱਚ ਇਹ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ, ਘਰ 'ਚ ਸਮਾਗਮ ਹੈ ਤੇ ਇਹ ਗੱਲ ਬਾਬਾ ਜੀ ਲੱਖ ਖੁਸ਼ੀਆਂ ਵਾਲਾ ਪੜ੍ਹਦੇ ਹੋ, ਬਾਬਾ ਜੀ ਜੋ ਮੰਗੇ ਠਾਕੁਰ ਆਪਣੇ ਤੇ ਇਹ ਪੜ੍ਹਦੇ ਹੋ। ਕਦੀ ਇਹ ਨਹੀਂ ਕਿਸੇ ਪਰਿਵਾਰ ਵਾਲੇ ਨੇ ਸ਼ਬਦ ਪੜ੍ਹਾਇਆ ਕਿ ਇਹ ਵੀ ਸ਼ਬਦ ਪੜ੍ਹਦੇ ਹੋ ਕਿ ਜੇ ਭੁੱਖ ਦੇහෙਂ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਇਹ ਸ਼ਬਦ ਨਹੀਂ ਕਦੀ ਪੜ੍ਹਾਇਆ। ਅਸੀਂ ਵੀ ਉਹ ਚੀਜ਼ਾਂ ਚਾਹੁੰਦੇ ਹਾਂ ਗੁਰੂ ਕੋਲੋਂ ਸੁਣਨੀਆਂ ਜਿਹੜੀਆਂ ਸਾਡੇ ਕੰਮ ਦੀਆਂ ਨੇ, ਸਾਨੂੰ ਚੰਗੀਆਂ ਲੱਗਦੀਆਂ ਨੇ। ਉਲਟੀ ਗੱਲ ਤੇ ਸਾਨੂੰ ਵੀ ਮਨਜ਼ੂਰ ਕੋਈ ਨਹੀਂ ਹੈ।
अज कि ये माफ मैनू करना, अज कथा संगत के मुताबिक नहीं होंदी पई। जे कोई थोड़ा जिहा प्रचारक आपे तो बाहर होके बोलदा है, अगले दिन जिहड़ा उहनूं घर बिठा दिता जांदा, कोई प्रोग्राम नहीं मिलता। आ साडे हाल रागियां नूं कहा जाता है तुसीं आ शब्द पढ़ने, प्रचारकों को कहा जाता है। इत्थों तक मैं हैरान हुंदा है साडे जथेदारां दे बयान सुन के, जथेदारां नूं बाद बयानबाजी करनी पैंदी है जी, सानूं ये बयान सियासी दरबार दे थल्ले जिहड़े सी लैणे पए। आए ना पिछे जे जथेदार दे कि इहो जे साधां नूं जिहड़ियां माफियां वो सियासी दबाव दे थल्ले करनियां पईयां। मैं कहना तुसीं दूसरे नूं क्यों कहिंदे जे कि वाइन चेले नचन गुर, ये तो साडे घर च हुंदा पिया है। जिन्हां ने उपदेश देना सी सानू अज लिफाफिया ने, अज सानू माया ने इन्ना क मार दिता, असी संगतां दे माफ़ करना संगत का सिद्धांत मुबारक है। पर कुछ वो लोग जिहड़े केवल तो केवल अपनी चौधर चाहुंदे ने, उन्हां दे इशारिਆਂ ਦੇ उत्ते अज प्रचारकां रागियां ढाडियां नूं नचाया जाता है। ये अज दा कड़वा सच है। वाइन चेले नचन गुर, वो लोग जिहड़े पैसे दे नाल धनाड़ ने, जिन्हां ने चेले पैना सी, जिन्हां ने कुछ गुरु की सिक्ख्या सुननी सी गुरु घर दे विचों, उन्होंने को पैसा इन्ना क आ गया, जिहड़े करन वाले ने, जिहड़े गल सुनाउण वाले सन, उन्होंने हुण इशारे ते नचना पैंदा पिया है। वाइन चेले नचन गुर, कहन लगे पैर हिलाएन। हुण नचन लई कई तरह के हाव भाव कीते जा रहे हैं। जो कोई नचदा सी ना, वो कई तरह के, कभी इधर नूं लत्त मार दी, कभी इधर नूं लत्त मार दी, फेरन सिर, कई तरह के ऐ चंगी तरह पूरी भुमाट नहीं आउंदी है जी, पूरा गेड़ा दिता जाता। हुण आपां पूरे शब्द नहीं ना भंगड़े वाले वरत सकदे गुरु की हजूरी च, पैर भी वरते इधर उधर मारे जाते हैं, पूरा गेड़ा दिता जाता है। एक साडे च वो भी फिरके ने जिहड़े कहिंदे ने बाबियां दी चौंकी आउंदी है। मैनूं माफ़ करना, मैं बड़ी वारी कहा, कोई कहिंदा वडभाग सिंह दी चौंकी आउंदी, चलो वडभाग सिंह नाल साडा कोई संबंध नहीं हैगा, ये गल चात रखियो। कई कहिंदे ने बाबा दीप सिंह दी चौंकी आंदे, जिथे गुरु ग्रंथ साहिब कहिंदे शब्द की चौंकी आ गई, उत्थे होर किसी चौंकी की लोड़ पैनी कोई नहीं पैंदी। गुर का शब्द रखवारे चौकी चौगिरद हमारे। जिस सिख दे कोल शब्द की चौंकी आ जाती है, याद रखियो उन्होंने कोई होर चौंकी नहीं आती। पर अज साडे विच इहो जिहे लोग फिरके ने जिन्हां ने बाहर अंदर गुरु ग्रंथ साहिब रखिया हुंदा ते बाहर खेडां दित्तियां जांदियां ने, फेरन सिर। तुसीं दूसरिਆਂ दे अर्थ ना करो, अपने घर च झाती मार के वेखिए साडे च ये चीज़ां नहीं चलदियां। बड़ा असी तवा ला दिता, माता जी चौंकी, माता दी चौंकी, सुख ना चौंकियां साडे बाबे दीप सिंह दियां बड़ियां हुंदियां ने, शहीदां दी चौंकियां बड़ियां हुंदियां ने। मैनूं माफ़ करना, सतगुरु जी कहन लगे ये पैर हिलाए ना, ये सारे दे सारे इत्ते गल घूमेगी जी, रोटियां कारण पूरे तल, सारे दे सारे इस चीज़ के पिछे घूमते पे ने। मैं अपने घर दे विच चंद पैसे किवें खर्च सकां, मैं चलो ये अगे जाके विचार करांगा। पैर हिलाए न फेरन सिर, कहंदे उड उड रावा झाटै पाए। हुण जदों वो नचदे सन ना, ते थां उन्हां समयां दे विच अक्सर कच्चे हुंदे सन, ते रावा दा अर्थ करांगे रवाल धूड़ी घट्टा। कहंदे पैरां जदों धरती ते मारदे ने ना खिच खिच के, वो घट्टा उड़दा है। हुण एक शब्द इत्थे झाटे, झाटे का अर्थ वाल नहीं करना कभी भी। वाल वो होंदे ने जिहड़े वाहे होण, आपां सारिਆਂ ने वाहे होए ने, केस चलो कंघा कीता होया है, तेल तूल सारिਆਂ दे लगा है। जदों बंदा सिर नहाउंदा है ना, सिर नहाउण तो बाद जिहड़ियां गुंझलां पै जांदियां, जिन्हों अड़का कहने आपां, वो जो अड़का पै जाती है तो अक्सर पिंडां दे न्याणे होण ते कंडीशनर ही बड़े बड़े तगड़े, कई तरह दी वैरायटियां आ गई साडे कोल, शैंपू शैंपू अड़का पैंदियां नहीं। पहलां बच्चों के सिर च अड़का पईयां होणियां, अद्धे किधर नूं वाल खिलरे होने, अद्धे किधर खिलरे होने, मां ने कहना आ तेरे झाटे च तेल लावां, उहनूं झाटा कहा जाता। जिस वालां दे विच कंघी नहीं कीती जा सकदी, जिहड़े उलझनां दे विच पए होए ने, जिहड़े वाल खिलरे होण, जिहड़े नचदे सन गुरु बन के। ये हुण बड़ा काम सौखा है ना, तुहानूं लभ दूर जाण वास्ते, दूर जाण नूं लभण नहीं पवेगा। साडे घरां च ही इदां हुंदा, जदों विआह शादी हुंदा ना, फिर साडीआं भैणां धीआं बस ही करा दिंदियां नच्चण वाली, सच्ची गल है। मुंडिਆਂ ਦੇ सिर ते कोई पग हुंदी नहीं, ना ही उन्हां दे वाल ने, फिर ਉਹ रात नूं वाल उन्हां दे इधर उधर उलझे पए हुंदे ने। हुण जिहड़े गुरु सन वो जदों नचदे ने, रास धारीए जदों रास पाउंदे ने ना, इधर उधर भुड़किया जांदा, नच्चिया जांदा है, नच नच के उन्हां दे वाल खिल्लर जांदे ने, खिल्लर के अड़कां पै जांदियां ने। सतगुरु कहंदे ओए चंगा भला सिर सी, की झाटा जिहा बना के आ गए जी। हुण जिहड़े पैरां दी मिट्टी है ना, उस झाटे च पै रही है, जिहड़ा नच नच के सिर खिल्लर चुका है। मैं ये तां थोड़ी जी बेनती कर दी क्योंकि सानू पता लग जाए, असी केसां दी महानता कहने आ, किते मन च ये ना हो जाए मैं सीधे ये अर्थ वाल कर देंदा, मन च आउंदा बाबा जी केसां दी ते महानता बड़ी है सिक्खी दे विच। केस ने जिहड़े सांभे ने, ताइयों गुरु कलगीधर पातशाह महाराज जी ने कहा सी 2 वक्त इहदा कंघा करी। भाई नंद लाल दे बचन ने कि कंघा दोनों वक्त कर, पाग चुने कर बंद ही, पग नूं ऐ चुन चुन के। वो ये चलो आप फिर किते साझा करांगे, ये चीज़ां साडे च रहीआं नहीं।
सतगुरु कह लगे हुण वाल नच नच के ना गुरु जिहड़े नचदे पए ने ना, जिहड़े रास पाउंदे वो नच नच भुड़क भुड़क के वाल खिल्लर चुके ने, खिल्लर चुके इन्नियां क ज़्यादियां अड़कां पै रहीआं, ना उहदा कोई चीर निकलदा है, जिवें बीबियां सिर च चीर कढदियां सन, ना कोई चीर निकलदा है, ना उहदा जूड़ा हुंदा है। अड़कां दा कदी जूड़ा नहीं हुंदा, ना उहदा कदी जूड़ा हुंदा, ना उहदी गुत्त हुंदी है, ना मीडियां हुंदियां ने, कुछ नहीं कीता जा सकदा जिन्ना चिर उन्हां नूं साफ ना करांगे। झाटा बन गया, हुण झाटे दे विच जिहड़ा सी खे उड़ के पै गई। सतगुरु कहणगे उड उड रावा झाटा पाए। लोग की करते हैं जिहड़े वेखण आए सन, सतगुरु कहणगे वेखै लोक हसै घर जाए। कहते लोग वेख के हसदे पे ने, वाह वाह करते पे ने, हासा खेडा करके अगले घरां नूं तुरे जा रहे हैं। माफ़ करना, कई बारी साडी जनता जिहड़ी ताड़ियां मारदी है, ਇਹਦਾ ਭਾਵ ਇਹ नहीं ਹੁੰਦਾ कि 100% ਤੁਹਾਡੀ तारीफ हो रही है, ਤੁਹਾਨੂੰ 50-70% ਟਿਚਰਾਂ हो रही ਹੁੰਦੀਆਂ ਨੇ ਵਿੱਚੋਂ कि ਵੇਖੋ ਕਿੱਦਾਂ ਦੇ ਪਖੰਡ ਪਿਆ ਕਰਦਾ। ਇਹ ਗੱਲ ਨੂੰ ਕਦੀ ਵੀ ਵੇਖਿਓ ਕੋਈ ਨੱਚਦਾ ਪਿਆ ਹੈ ਨਾ, ਚਲੋ ਹੁਣ ਰਾਸ ਨਹੀਂ ਪੈਂਦੀ, ਅਸੀਂ ਜਦੋਂ ਆਪਣੇ ਵਿਆਹ ਸ਼ਾਦੀਆਂ 'ਚ ਵੀ ਨੱਚਦੇ ਆ ਨਾ, ਇਹ ਇੱਕ ਸੱਚਾਈ ਹੈ। ਪਰਿਵਾਰ ਵਾਲਾ ਆਖੇਗਾ ਧੀ ਭੈਣ ਨੱਚਦੀ ਪਈ ਹੈ, ਮੁੰਡਾ ਸਾਡਾ ਨੱਚਦਾ ਪਿਆ ਹੈ, ਸ਼ਰੀਕ ਕਹਿਣਗੇ ਲੈ ਇਹ ਕਿੱਦਾਂ ਦੇ ਪਖੰਡ ਕਰਦਾ ਪਿਆ। ਲੋਕ ਇਹੋ ਗੱਲ ਸਾਰੇ ਪਾਸੇ ਇਹੋ ਗੱਲਾਂ ਘੁੰਮਦੀਆਂ ਨੇ। ਕਦੀ ਵੀ ਗਰਾਊਂਡ ਲੈਵਲ ਤੇ ਆਣ ਕੇ ਅਸੀਂ ਲੋਕਾਂ ਨੂੰ ਵੇਖਣ ਦਾ ਯਤਨ ਕਰੀਏ ਸਾਡੇ ਬਾਰੇ ਵਿਊ ਕੀ ਆ ਰਹੇ ਨੇ। ਸਤਿਗੁਰੂ ਇੱਥੇ ਕਹਿ ਰਹੇ ਨੇ, ਕਹਿੰਦੇ ਵੇਖਿਆ ਲੋਕ ਹੱਸੈ ਕਰ ਜਾਏ। ਲੋਕ ਹਾਸਾ ਡਾ ਕੇ ਜਾ ਰਹੇ ਨੇ। ਇੱਕ ਹਾਸੇ ਦਾ ਅਰਥ ਹੈ ਵੀ ਹੱਸ ਕੇ ਚਲੇ ਗਏ, ਖੁਸ਼ ਹੋ ਗਏ। ਦੂਸਰੇ ਹਾਸੇ ਦਾ ਅਰਥ ਮੇਰਾ ਮਨ ਇਹ ਕਹਿੰਦਾ ਲੋਕ ਹਾਸਾ ਵੀ ਬਣਾਈ ਜਾਂਦੇ ਨੇ ਕਿ ਕਿਹੋ ਜਿਹੇ ਪਖੰਡ ਕਰਦੇ ਪਏ ਜੇ, ਕਿਹੋ ਜਿਹੇ ਢੁੰਗ ਕਰਦੇ ਪਏ ਜੇ ਤੁਸੀਂ। ਵੇਖਿਆ ਲੋਕ ਹੱਸੈ घर जाए, लोग हसते पे ने, लोग जिहड़े टिचरां पे करते हैं। सतगुरु कह लगे की करन विचारे जिहड़े नच्चण वालियां दी मजबूरी बन गई। की मजबूरी? रोटियां कारण पूरा है ताल। कहंदे पेट की भुख ने इन्हां नूं किसे पासे नहीं लगन दिता। जिहड़ी रोटी सी ना ये मनुख नूं बड़ा सताउंदी। मैं एक बेनती करके अगे चलां, गुरमुखो याद रखियो, जे रोटी का मसला ना ना हुंदा अज बहुते जाने तकरीबन वेले बैठे हुंदे मेरे वर्गे। पेट की भुख सानूं बड़े पासे भजाउंदी है। रोटी के कारण मंदे नूं कई थावां दे उत्ते जिहड़ा है वो नक गोडे नगरने पैंदे ने। ये सच्चाई है। पर मैं इत्थे एक बेनती करां, गुरु ग्रंथ साहिब की बाणी कहती है कि जे तू रोटी खानी है ना, मसला तो रोटी का है ना। देखो तुसीं सवेरे घरों निकलते जे, शाम नूं घर आ जाते जे, काहदे वास्ते भजदे आ? इक्को गल कही जाती है ना, 4 दाने इकट्ठे हो जाण, 2 रोटियां ही खानियां ने ना 2। तो गुरु ग्रंथ साहिब कहते हैं जे वो भी रोटी तू हराम दी खाधी, इहो जी खाण दा की फायदा तेरा? जे जीउंदिया जी ही तेरी बदनामी हुंदी पई, जे रोटी भी चज ना खा सकिया, कहंदे इहो जी जिंदगी का कोई लाभ नहीं। जे जीवै पत लत्थी जाए सब हराम, जेता किश खाए। जो तू खा रहा सारा कुछ हराम है। जे तेनों रोटियां बदले भी लोगों के अगे ललकड़ियां कढ़नियां पैंदियां ने, जे लोग रोटियां बदले भी जिहड़ा है वो तेनों बेपत्ती कराउणी पैंदी है, जने खणे दीयां गल्लां सुननियां पैंदियां ने। मैं एक बेनती करा, परिवार साडे ने प्रशादा ही छकना है, पर इन्ना क जरूर अपना आप स्टैंड रखिया करो कि साडे घर दे विच रोटी अणख दे नाल ते इज्जत दे नाल हक दी आवे। लोकां दे अगे लिलकलियां कढ कढ के तुसीं परौंठे ते खांदे जे, पर अंदर दा जिहड़ा जमीर वो आग्या नहीं देवेगा। कई वारी ये गल्लां परिवार नूं नहीं पता हुंदियां, जिन्नूं कमाउणियां पैंदियां ने घरों निकल के, घर दा मुखिया जिहड़ा उन्नूं पता हुंदा कि मैं रोटियां किन्ने औखे तरीकिਆਂ दे नाल एक कमा के बच्चों नूं ਜਾਂ परिवार नूं दे रिहा। एक शब्द साडे पिंडां 'च वरतदे हुंदे सन, माँ बाप जो बच्चे ने कोई गल कहनी कहंदे पता नहीं तैनूं पालण वास्ते किन्ने क पापड़ वेले ने। पापड़ वेले का भाव ये पता नहीं किन्ने क ठागे बागे करने पैंदे ने, ये किन्नियां कदे अगे हथ अड्डे, किन्नियां मजबूरियां घेर के बैठ गईयां। ये एक सच्चाई है कि रोटियां इस कारण सानूं जिहड़ा नच्चना पैंदा, रोटी सानूं इधर उधर भड़काउंदी है। बाणी ने भी कहा है कि नक नथ खसम हथ, किरत धक्के दे जहाँ दाने तहाँ खाने, नानका सच हे। मैं इत्थे एक बेनती करा, जिहड़ी रोटी ते तुहाडा जिहड़े दाने तो तुहाडा नाम लिखिया ना, वो दाना तो तुहानूं मिल जाना है। बस गुरु ते भरोसा रख के अपने जीवन नूं जियो। कदी रोटी दे कारण, कदी नौकरी, कदी पैसे दे कारण किसी दे थल्ले ना लग्या जावे। ते अणख नाल ही जिंदगी जिहड़ी गुरु ने सानूं ये सिखाई है। सतगुरां ने कहा कि भलिया जे कोई रब दा प्यारा रुखी मिस्सी रोटी भी खांदा है ना, वो भी चंगी है। संतन का दाना रूखा, रब दे प्यारिਆਂ दी बाबा फरीद साहब ने भी कहा, कबीर साहब, सारे भगतां दा जीवन असीं पढ़दे हां, वो उन्हां दे जीवन दे विच की मिलदा है? सुक्कीआं मिस्सीआं रोटियां। गुरु घर दे विच गुरु अर्जन साहब महाराज दी वेले जिस वेले प्रिथी चंद नहीं सी आखे लगदा ना, तो गुरु घर च सिंपल रोटी छोलियां दी पक्कण लग पई सी। अमृत बाणी का भी वचन है कि रोटी मेरी काठ की लावण मेरी भुख, जिन्ना खादी चोपड़ी घने सैणगे दुख। तो चोपड़ी दे मैं पिछली वारी अर्थ कीते सन, जिहड़ा बेहक खांदा है उन्होंने जिहड़ा कई तरह के दुख उठाने पैंदे ने।
रोटी सादी खा लो, हक दी खाओ। दूसरी मैं बेनती करा अणख दी ते इज्जत दी रोटी खाओ। जे किसी के पैरों तो चुक के ही रोटी खानी है, इस तो चंगा पेट जिहड़ा पानी दे नाल भर लेना चंगा, लानत है इहो जी रोटी खाण दे। इत्थे गुरु नानक साहब कह रहे हैं, कहते ये नचदे पए ने। मेरा दिल कहता हुंदा असीं विआह शादियां ते जाने, चलो हर एक दा आपो अपना वेखण दा नज़रिया हुंदा जी। साडे सामने डीजे लगे हुंदे ने, धीआं भैणां लोकां दीयां नचदियां ने। साडी धी नचदी होवे कोई मखौल करे असीं जर नहीं सकदे, नहीं ना जरिया जांदा। लोकां दीयां धीआं नचदियां ने, असीं पैसे दे के लिआंदियां हुंदियां ने, उन्हां दे उत्ते असीं नोट वारदे हां। कित्थे कि साडा जीवन आ गया। मैं जदों भी जावां, मैं इहो जे पहली तो गल जांदा बहुत घट, जे किते जावां मैं मूँह घुमा के परे नूं बैठ जाना, मेरे को नहीं वेखियां जांदियां इहो जिहियां लाहनतां। पर सतगुरां दी बाणी कहिंदी है, जे तैनूं रोटी खाण बदले इन्ना क ज़्यादा थल्ले डिगना पै जे ना, इहनूं छड्ड दे, सादी रोटी खा ला। जरूरी नहीं कि रोटी जिहड़ी बहुत वधिया होवे, जरूरी नहीं कि तेरे घर दे विच बहुत ज़्यादा भंडारे होण, जरूरी नहीं बहुत ज़्यादा माया होवे। बस एक गल याद रखी, तेरे जीवन दे विच अणख होनी चाहिए, इज्जत तेरी होनी चाहिए। रोटी सुक्की भी होवे, सादी भी हो, लोग तैनूं सलामा करनगे। घर दे विच घिओ दे नाल भी खा के एसी दे थल्ले सौ जाएगा, लोग तैनूं लाहनतां पाउणगे, आ तुरिया फिरदा टके टके ते विक जांदा है। सब तो वध सिख, मैं पंजाब दा जदों इतिहास पढ़दा है ना, सानूं सब तो वध अणख प्यारी है। पर अज किते ना किते पैसे की दौड़ दे विच मनुख रोटियां कारण पूरे तल अपनी अणख गवा रहा है। जिहड़ी मैं गल कहनी चाहुंदा सा, किहदा जी करदा जी किसी दे इशारिਆਂ ਦੇ ਉੱਤੇ नच्चण ਨੂੰ? नहीं दिल करदा। ਜਿਹਦੇ माड़ी मोटी अणख जागदी है ना, नहीं जी करदा। पर बंदे नूं कई वारी इन्ना क मजबूरा होना पैंदा कि चुप करके रहना पैंदा। सियाणे कहंदे दड़ वट समा कट भले दिन आउणगे, दड़ वटनी पैंदी है। पर गुरु ग्रंथ साहिब की बाणी नहीं प्रवान करती। गुरु कर कहंदा भलिया जिन्नी जीवन जिंदगी बतीत करनी है ना, अणख दी बतीत कर। इहो कारण से छोटे साहिबजादिਆਂ ਨੂੰ कहा गया, तुहानूं ਜਿਹੜੇ ने बख्श दिता जाएगा, तुहानूं हूरां दित्तियां जाणगीਆਂ, जगीरां दित्तियां जाणगीਆਂ। उत्थे बाबा जोरावर सिंह जी का यह जवाब सी, कहन लगे जी इन्नी लंबी उम्र भोग के सारा कुछ गर्क करके लानत की जिंदगी जीवनी है, कहंदे इहदे नालों छोटी उम्र दे विच अणख दे नाल जीव के ही जिंदगी नूं कुर्बान कर जाना कई गुना सानूं बेहतर है। ये तो साडे घर का इतिहास है ना। सानूं लंबियां उम्रां नहीं चाहिए, सानूं चंगियां कोठियां कारां नहीं चाहिए, सानूं इज्जत चाहिए है, जिहड़ी असीं धौण जिहड़ी है माण दे नाल चुक के तुर सकी। एक आकड़ हुंदी, एक मान हुंदा है। मैं अक्सर कहना ना, जिहड़ी प्यो दे सिर ते पग हुंदी है ना, माँ दे सिर दी चुन्नी हुंदी है, ये दस दिंदी इहदा घर कित्थे स्टैंड करदा पिया है। जिहड़ा बाप अणख दे नाल पग नूं सवार के मुच्छां, ठीक है ये गुरु घर च असीं बैठे मुच्छां नूं ता दे के बन तन के निकलदा है, किते ना किते संकेत है कि इहदे घर दी इज्जत आबरू जिहड़ी वो कायम है। जिस जनानी दे जिस माँ दे सिर दे उत्ते लीड़ा बड़ा सोहना है, उहदा भाव उहनूं परवाह कोई नहीं, इज्जत दे नाल है। ते जिहड़ा हराम दी खांदा है कमाई जा जने खने दे अगे ललकड़ियां कढणियां पैंदियां ने, उहनां नूं फिर माफ़ करना, पैरां 'च पग्गां भी रखणियां पैंदियां ने। सतगुरु कहंदे कित्थे जाके असीं डिग के बैठ के जी, रोटियां कारण पूरा तल इन्ना क ज़्यादा तुहानूं मजबूर होना पै गया रोटी बदले। असीं रोज़ गुरु साहिब की बाणी पढ़ते सां कि काहे रे मन चितवै उदम जा आहर हर जियो भरिया, सैल पत्थर मह जंत उपाए ताका रिजिक आग्या कर धरिया। उन्हें तो कीड़ियां नूं फड़ के रिजिक दे दिता, तू रोटियां दे कारण जने खने दे बूहे दे अगे जाना है। तो जिहड़ा जने खने दे बूहे अगे जाता, मैं एक शब्द कह के समाप्ति वाला वा, मेरे गुरु नानक साहब ने कहा इहो जे वेलड़ दे मत्थे कदी नहीं लगना, पैरी कदी नहीं लगना। और राती भी उदाहरण दी सी कि ज्ञान वे होना गावे गीत, ज्ञान वे होना गावे गीत, भुखे मुल्लां घरे मसीत मखट्टू होए, कै कन्न पड़ाए फक्कर करे घोर जात गवाए, गुर पीर सदाए मंगण जाए। हथ अग अड्ड के मंगना बड़ा औखा, मंगो गुरु कोलों जिन्हें दे के तुहानूं कदी भी चितारना नहीं है, जिन्हें दे के जिताउणा नहीं है। मनुख दे कोलों तुसीं 10 रुपये भी मंग लेना, तुसीं उहनूं करोड़ां वापस कर दिओ, फिर आखेगा इहनूं लोड़ पई सी 10 दी मेरे कोलों भज्जा आया सी। लोक नहीं जी भुलदे, मंगो उहदे को जिन्हें दे के कदी तुहानूं ये गल एहसास नहीं कराउणी। कहण लगे गुर पीर सदाए मंगण जाए, तां कै मूल ना लगियां पाए। सिख दा सिद्धांत की है, घाल खाए किश हत्थों दे, तू मेहनत कर भावें सादा प्रशादा सक। गुरु नानक साहब मलक भागो दे सद्दे ते नहीं जाते, भाई लालो दे घर च जाते हैं, उत्थे सादा प्रशादा है, पर अणख की रोटी है, गैरत की रोटी है, उहदे विच हक सच की कमाई है।
काल खाए किशत्थों दे नानक राह पछाणे से। सतगुरु कह लगे ये रोटियां ने इन्ना कि इन्हां नूं मजबूर कर दिता, ये इन्ना कि ज़्यादा जीवन इन्हां दा गर्क गया कि गुरु जिन्हां ने उपदेश चेलियां नूं देना सी, हुण चेले गुरु नूं उपदेश देंदे पए ने ते चेलियां दे इशारिਆਂ दे उत्ते गुरु नੱਚਦੇ पए ने। काहदे वास्ते? रोटियां कारण पूरा ताल। अगे कह लगे आप पछाड़ै धरती नाल। पछाड़े का अर्थ हुंदा पटाक के मारना। जिवें भंगड़े दे स्टैप कीते जांदे ने ना, पैर मारे जाते हैं जमीन के उत्ते, कई तरह के आंसो ने डांस किए जाते हैं। सतगुरु कहते अपने आप को जमीन से पटाक पटाक के मारते पे ने। नाल की करते हैं कहते धर्म का भेख बना के ना गावन गोपियाँ, गावन कान। गोपी का अर्थ करांगे ग्वालना, कान का अर्थ करांगे कृष्ण। कह लगे कृष्ण ते ग्वालना के रूप बन के ते उन्हां दे स्वांग उतारते पे ने। रास पै रही गावन गोपियाँ, गावन कान, गावन सीता, राजे राम। राजे राम का अर्थ करांगे रामचंद्र। कह लगे सीता का सांग उतारिया जा रहा है, रामलीला हो रही है, किते रामचंद्र का जिहड़ा है वो सांग उतारिया जा रहा है। केवल तो केवल मनुख रोटियां दे पिछे भजदा पिया है। अगले पड़ाव दे विच सतगुरु कहणगे भलिया जे तू जुड़ना है इन्हां लोकां दे नाल ना जुड़ना तो उस परमात्मा दे नाल जुड़ी। निरभव निरंकार सच नाम जाका किया सगल जहान। इहदी विचार आपां कल नूं सांझी करांगे। सो ये पहला जिहड़ा टॉपिक है ਇਹਦੇ ਵਿੱਚ सतगुरां ने आप थोड़े जे पंक्तियां की विचार की है। ਇਹਦੇ ਵਿੱਚ ਇਹੋ बख्शिश की कि भलिया ਜਿਹੜੇ पेट की खातर ਥਾਂ ਥਾਂ ਦੇ ਉੱਤੇ ਨੱਚਦੇ ਪਏ ਨੇ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। सतगुरु ਕਹਿੰਦੇ ਇਹੋ ਜੀ ਜ਼ਿੰਦਗੀ ਨਾਲੋਂ उस रब के चरणों के नाल जुड़ जाना बेहतर है, सादा जीवन जी लेना बेहतर है, जिस परमात्मा ने दे के कभी पछताउणा नहीं। सो गुरु रहमत करे असी जीवन दे विच इन्हां चीज़ों को अपना सकीए, गुरु की सिक्ख्या साडे जीवन दे विच आ सके। इन्नियां बेनतियां प्रवान। ये तो अगली विचार कल नूं सांझी करांगे। आओ पावन पंक्तियां दा जाप सरवण करके समाप्ति करिए। रोटियां कारण पूरै ताल, आप पछाड़ै धरती नाल। गावन गोपियां गावन कान, गावन